ਸਤਿ ਸ਼੍ਰੀ ਅਕਾਲ ਲੋਕਰਨ ਪੰਜਾਬੀ ਤੇ ਸਵਾਗਤ। ਮੈਂ ਗੁਰਜਿੰਦਰ ਸਿੰਘ ਭੰਗੂ ਤੇ ਮੇਰੇ ਨਾਲ ਸਿਆਸੀ ਮਾਹਿਰ ਡਾਕਟਰ ਭੇਮਿੰਦਰ ਸਿੰਘ ਮੌਜੂਦ ਨੇ। ਡਾਕਟਰ ਸਾਹਿਬ ਵੈਲਕਮ। बहुत बहुत शुक्रिया, मेहरबानी, धन्यवाद भंगू साहब। ਭ੍ਰਿਸ਼ਟਾਚਾਰ ਦੇ ਮੁੱਦੇ ਤੋਂ ਸ਼ੁਰੂ ਹੋਈ ਆਮ ਆਦਮੀ ਪਾਰਟੀ ਦਾ ਇੱਕ ਐਮਐਲਏ ਫਿਰ ਇੱਕ ਵਾਰ ਹਿਰਾਸਤ ਦੇ ਵਿੱਚ ਹੈ। ਮਾਮਲਾ ਕੀ ਹੈ? ਮਾਮਲਾ ਕਹਿੰਦੇ ਰਿਸ਼ਵਤ ਦਾ, 4 ਲੱਖ ਰੁਪਏ ਦਾ ਮਾਮਲਾ ਰਿਸ਼ਵਤ ਦਾ। ਕਿੰਨੇ ਦਿਨਾਂ ਤੋਂ ਆਹ ਸੁਰਖੀਆਂ ਬਣੀ ਹੋਈਆਂ ਨੇ। ਵੱਡਾ ਸਵਾਲ ਤਾਂ ਆਹ ਖੜਾ ਹੁੰਦਾ ਕਿ ਆਖਰ ਕਿਉਂ ਪਾਰਟੀ ਦੀ ਆਹ ਆਈਡੀਓਲੋਜੀ ਸੀ, ਇੱਕ ਵਿਚਾਰਧਾਰਾ ਸੀ ਕਿ ਭ੍ਰਿਸ਼ਟਾਚਾਰ ਦੇ ਖਿਲਾਫ ਅਸੀਂ ਲੜਾਈ ਲੜਾਂਗੇ। ਸਾਡੀ ਜਿਹੜੀ ਪਾਰਟੀ ਦਾ ਸਟਰਕਚਰ ਹੈ ਜਾਂ ਸਾਡੀ ਹੋਂਦ ਹੈ ਪਾਰਟੀ ਦੀ, ਉਹ ਹੈਗੀ ਹੈ ਕਿ ਅਸੀਂ ਭ੍ਰਿਸ਼ਟਾਚਾਰ ਦੇ ਖਿਲਾਫ ਹੀ ਲੜਾਈ ਲੜਾਂਗੇ। ਆਖਰ ਫਿਰ ਕਿਉਂ ਇੱਕ ਐਮਐਲਏ ਡਾਕਟਰ ਸਾਹਿਬ ਹੋਰ ਭ੍ਰਿਸ਼ਟਾਚਾਰ ਦੀ ਗਿਰਫਤ ਦੇ ਵਿੱਚ ਆ ਗਿਆ? ਕਿਉਂ? बिल्कुल, मैनू लगता है क्योंकि जिहड़ी पिछली एक रीत चली आ रही है पंजाब दे विच कि भ्रिष्टाचारी जिहड़ी हैगी आ ओह रग रग दे विच वसी हुई सी, खास तौर ते सियासतदानां दे विच। आपां पिछले दिनां दे विच देखिआ जिहड़ी आ कांग्रेस पार्टी दे वड्डे लीडर सीगे किसी वेले, उन्हां दे उत्ते जिहड़ी असीं रेड्स होईआं, उन्हां तों पुछगिछ होई, बहुते उन्हां चों जेलां विच भी गए और लगातार ये सिलसिला जिहड़ा सी चलदा रहा। इस तरह जिवें तुसीं आम आदमी पार्टी की गल की है, आम आदमी पार्टी दे विच पहला सिंगला साहब जिहड़े कि उस वेले सेहत मंत्री भी सन, उन्होंने कोशिश की और उस तो बाद जिवें तुसीं दस्सिआ सरारी साहब ते हुण बठिंडे जिहड़े देहाती दे MLA साहब, उन्होंने ये जिहड़ियां कोशिशां कीतियां ने। और इहदे विच चंगी गल यही हुई है कि मान साहब ने जिहड़ी गल कही सी कि चाहे साडा अपना बंदा होवे, चाहे बाहरली पार्टी दा होवे, चाहे कोई बहुत अमीर होवे, चाहे बहुत गरीब होवे, जिन्हें भी भ्रिष्टाचारी की है उन्होंने कानून के मुताबिक सज़ा मिलनी चाहिए है। सो मैनू लगता है कि एक चंगी गल है। पहला भी बहुत मान साहब की सरकार ने गल एक एग्जाम्पल पैदा की सी कि उन्होंने अपना सेहत मंत्री टंगिया सीगा, उन्होंने पार्टी तो बाहरला रस्ता दिखाया सी और वो बकायदा तौर पर ਉਹ ਜਿਹੜਾ ਹੈਗਾ ਕਾਨੂੰਨੀ ਕਾਰਵਾਈ ਉਹਦੇ ਉੱਤੇ ਕੀਤੀ ਗਈ ਸੀਗੀ। ਔਰ ਇਸੇ ਤਰ੍ਹਾਂ ਤੁਸੀਂ ਹੁਣ ਜਿਵੇਂ ਗੱਲ ਕਰ ਰਹੇ ਹੋ ਕਿ ਉਹਦੇ ਉੱਤੇ ਕਾਨੂੰਨੀ ਕਾਰਵਾਈ ਜਿਹੜੀ ਹੈਗੀ ਹੋ ਰਹੀ ਹੈ ਔਰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਹੈ ਔਰ ਉਹਦੇ ਵਿੱਚੋਂ ਕੀ ਨਿਕਲੇਗਾ ਇਹ ਤਾਂ ਹੁਣ ਸਮਾਂ ਦੱਸੇਗਾ। ਪਰ ਇਹ ਸ਼ੁਰੂਆਤ ਜਿਹੜੀ ਹੈ ਹੋ ਗਈ ਹੈ, ਕਿਉਂਕਿ ਆਪਾਂ ਦੇਖਿਆ ਹੈ ਭੰਗੂ ਸਾਹਿਬ, ਜਿਹੜੀ ਵੱਡੀ ਗੱਲ ਹੈ ਕਿ ਜਦੋਂ ਪਿਛਲੀਆਂ ਸਰਕਾਰਾਂ ਰਹੀਆਂ ਨੇ ਉਹ ਆਪਣੀ ਪਾਰਟੀ ਦੇ ਕਿਸੇ ਵੀ ਮੰਤਰੀ ਦੇ ਉੱਤੇ ਕੋਈ ਇਦਾਂ ਦੀਆਂ ਵੱਡੀਆਂ ਕਾਰਵਾਈਆਂ ਨਹੀਂ ਸੀ ਕਰਦੇ। ਇਹ ਇੱਕ ਅਹਿਮ ਗੱਲ ਹੈ ਵੀ ਜੇਕਰ ਆਹ ਇੱਕ ਪਾਰਟ ਹੈਗਾ ਕਿ ਕਿਸੇ MLA ਦਾ ਜਾਂ ਮੰਤਰੀ ਦਾ ਭ੍ਰਿਸ਼ਟਾਚਾਰ ਦੇ ਵਿੱਚ ਨਾਮ ਆਉਂਦਾ ਵੀ ਕਾਰਵਾਈ ਜ਼ਰੂਰ ਕਾਰਵਾਈ ਇਹੀ ਹੁੰਦਾ ਹੈ। ਜਦੋਂ ਤੁਸੀਂ ਕਿਸੇ ਚੀਜ਼ ਨੂੰ ਜੜ ਤੋਂ ਖਤਮ ਕਰਨਾ ਹੈ ਤਾਂ ਸਭ ਤੋਂ ਪਹਿਲਾਂ ਪੀੜੀ ਹੇਠ ਤੁਹਾਡੇ ਸੋਟਾ ਫਿਰਨਾ ਚਾਹੀਦਾ, ਕਿਉਂਕਿ ਪਹਿਲੀਆਂ ਸਰਕਾਰਾਂ ਇਹ ਗੱਲ ਸੋਚਦੀਆਂ ਸੀ ਕਿ ਜੇ ਅਸੀਂ ਆਪਣੇ ਬੰਦੇ ਤੇ ਕਾਰਵਾਈ ਕਰਾਂਗੇ ਤਾਂ ਸਾਡੀ ਥੂ ਹੋ ਜਾਊਗੀ, ਸਾਡੀ ਬਦਨਾਮੀ ਹੋਏਗੀ। ਇਸ ਕਰਕੇ ਉਸ ਬਦਨਾਮੀ ਨੂੰ ਲੁਕਾਉਣ ਦੇ ਲਈ ਤੁਸੀਂ ਦੇਖਿਆ ਹੋਵੇਗਾ ਕਿ ਧਰਮ ਸੋਚ ਸੀਗਾ ਉਸ ਵੇਲੇ ਕਿੰਨਾ ਰੌਲਾ ਪਿਆ ਸੀਗਾ ਕਿ ਕਰੋੜਾਂ ਦੇ ਘਪਲੇ ਜਿਹੜੇ ਸੀਗੇ, ਵਜ਼ੀਫਾ ਘੁਟਾਲਾ ਹੋਇਆ ਔਰ ਇਸ ਤੋਂ ਬਾਅਦ ਵੀ ਹੋਏ, ਪਹਿਲਾਂ ਵੀ ਹੋਏ, ਫਿਰ ਚੰਨੀ ਸਾਹਿਬ ਤੁਸੀਂ ਦੇਖ ਲਓ। ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਹਮੇਸ਼ਾ ਜਿਹੜੀ ਮਾੜੀ ਗੱਲ ਰਹੀ ਹੈ ਸਰਕਾਰਾਂ ਦੀ ਉਹ ਇਹੀ ਰਹੀ ਹੈ ਕਿ ਆਪਣੇ ਬੰਦੇ ਦੀਆਂ ਨਲਾਇਕੀਆਂ ਜਾਂ ਰਿਸ਼ਵਤਖੋਰੀਆਂ ਨੂੰ ਦਬਾ ਕੇ ਰੱਖੋ ਔਰ ਦੂਜਿਆਂ ਨੂੰ ਨਸ਼ਰ ਕਰੋ। ਸੋ ਹੁਣ ਜਿਹੜਾ ਹੈ ਇਹ ਹੋਇਆ ਭਗਵੰਤ ਮਾਨ ਦੀ ਇੱਕ ਵੱਖਰਤਾ ਇਹ ਨਜ਼ਰ ਆ ਰਹੀ ਹੈ ਮੈਨੂੰ ਪਹਿਲੀ ਵਾਰੀ ਪਾਰਟੀ ਦੇ ਪੰਜਾਬ ਦੇ ਵਿੱਚ ਕਿ ਆਪਣੇ ਵੀ ਨਹੀਂ ਬਖਸ਼ੇ ਜਾ ਰਹੇ। ਸੋ ਇਸ ਕਰਕੇ ਇਹ ਬਹੁਤ ਅੱਛੀ ਗੱਲ ਹੋਈ ਹੈ ਕਿ ਆਪਣਾ ਜਿਹੜਾ MLA ਹੈ ਆਮ ਆਦਮੀ ਪਾਰਟੀ ਦਾ, ਉਹਨੂੰ ਬਕਾਇਦਾ ਤੌਰ ਤੇ ਉਹਦੇ ਉੱਤੇ ਕਾਨੂੰਨੀ ਕਾਰਵਾਈ ਹੋਈ ਹੈ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਵਧੀਆ ਹੋਏਗਾ। ਹੋਰ ਵੀ ਜਿਹੜੇ ਲੋਕ ਜਿਹੜੀ ਬਾਰ-ਬਾਰ ਮਾਨ ਸਾਹਿਬ ਗੱਲ ਕਰ ਰਹੇ ਨੇ ਕਿ ਕੋਈ ਵੀ ਚਾਹੇ ਆਪਣਾ ਹੋਏਗਾ ਚਾਹੇ ਬਗਾਨਾ ਹੋਏਗਾ ਉਹਨੂੰ ਬਖਸ਼ਿਆ ਨਹੀਂ ਜਾਏਗਾ। ਸੋ ਇੱਕ ਚੰਗਾ ਸੰਦੇਸ਼ ਦੇਣ ਦੀ ਕੋਸ਼ਿਸ਼ ਮਾਨ ਸਾਹਿਬ ਵੱਲੋਂ ਮੈਨੂੰ ਲੱਗਦਾ ਕਿ ਇਹ ਆਪਾਂ ਇੱਕ ਸਿੰਬਲ ਕਹਿ ਸਕਦੇ ਹਾਂ, ਇੱਕ ਚਿੰਨ੍ਹ ਹੈ, ਇੱਕ ਤਰੀਕਾ ਹੈ ਉਹਨਾਂ ਦੇ ਕਹਿਣ ਦਾ ਕਿ ਭਾਈ ਆਪਣੇ ਵੀ ਨਹੀਂ ਬਖਸ਼ੇ ਜਾਣਗੇ ਨਾ ਹੀ ਬਗਾਨੇ ਬਖਸ਼ੇ ਜਾਣਗੇ। ਡਾਕਟਰ ਸਾਹਿਬ ਗੱਲ ਕੀ ਆ ਆਖਰ ਸਰਕਾਰ ਦੇ, ਜਿਵੇਂ ਮੈਂ ਸ਼ੁਰੂ 'ਚ ਜ਼ਿਕਰ ਕੀਤਾ ਸੀ ਕਿ ਸਰਕਾਰ ਕਹਿੰਦੀ ਹੈ ਅਸੀਂ ਭ੍ਰਿਸ਼ਟਾਚਾਰ ਦੇ ਵਿਰੁੱਧ ਹਾਂ। ਹੁਣ ਆਖਰ ਕਾਰਨ ਕੀ ਹੈ ਕਿ ਆਪਣੀ ਹੀ ਸਰਕਾਰ ਦਾ MLA ਨੂੰ ਡਰ ਨਹੀਂ ਹੈਗਾ, ਸਰਕਾਰ ਦੇ ਵਿੱਚ ਬੈਠ ਕੇ ਭ੍ਰਿਸ਼ਟਾਚਾਰੀ ਕਰ ਰਹੇ ਨੇ? ਭੰਗੂ ਸਾਹਿਬ ਦੇਖੋ, ਜਿਹੜਾ ਲਾਲਚ ਹੁੰਦਾ ਨਾ, ਜਦੋਂ ਬੰਦਾ ਲਾਲਚੀ ਹੋ ਜੇ ਤਾਂ ਉਹ ਲਾਲਚ ਇਦਾਂ ਦਾ ਹੁੰਦਾ ਕਿ ਉਹਨੂੰ ਹੌਲੀ ਹੌਲੀ ਖਾਣ ਲੱਗ ਜਾਂਦਾ ਹੈ। ਸੋ ਇਸ ਕਰਕੇ ਇਹ ਲਾਲਚ ਪਹਿਲਾਂ ਤਾਂ ਬੰਦੇ ਨੂੰ ਖਾਂਦਾ ਹੈ, ਫਿਰ ਇਹ ਸਿਸਟਮ ਨੂੰ ਹੀ ਖਾ ਜਾਂਦਾ ਹੈ। ਸੋ ਇਹ ਜਿਹੜਾ ਲਾਲਚ ਵਧਿਆ ਹੋਇਆ ਹੈ ਲੋਕਾਂ ਦਾ ਕਿ ਅਸੀਂ ਰਾਤੋਂ ਰਾਤ ਅਮੀਰ ਹੋਣਾ ਹੈ, ਰਾਤੋਂ ਰਾਤ ਪੈਸੇ ਕਮਾਉਣੇ ਹੈ ਔਰ ਅਸੀਂ ਵੱਧ ਤੋਂ ਵੱਧ ਪੈਸੇ ਕਮਾਈਏ ਔਰ ਬਿਨਾਂ ਕਮਾਏ ਹੋਏ ਪੈਸੇ ਜਿਹੜੇ ਨੇ ਰਿਸ਼ਵਤ ਦੇ ਪੈਸੇ ਉਹਨਾਂ ਨਾਲ ਅਮੀਰ ਬਣੀਏ। ਸੋ ਇਹ ਜਿਹੜਾ ਇਸ ਤਰ੍ਹਾਂ ਦੀ ਸੋਚ ਹੈ ਇਹ ਬਹੁਤ ਮਾੜੀ ਸੋਚ ਹੈ
ਔਰ ਇਹਦੇ ਉੱਤੇ ਕਾਬੂ ਪਾਉਣਾ ਚਾਹੀਦਾ। ਖਾਸ ਤੌਰ ਤੇ ਜਿਹੜੇ ਸਿਆਸਤਦਾਨ ਨੇ ਸਾਡੇ, ਉਹਨਾਂ ਨੂੰ ਵੀ ਇਹ ਸਮਝ ਲੈਣਾ ਚਾਹੀਦਾ ਕਿ ਸਿਆਸਤ ਜਿਹੜੀ ਹੈਗੀ ਹੈ ਉਹ ਇੱਕ ਸੇਵਾ ਹੈ। ਜਿਵੇਂ ਸਾਰੇ ਆਪਾਂ ਮੰਨਦੇ ਹਾਂ ਕਹਿਣ ਨੂੰ ਤਾਂ ਕਿ ਇੱਕ ਸੇਵਾ ਦੇ ਤੌਰ ਤੇ ਤੁਸੀਂ ਲੋਕਾਂ ਦੇ ਵਿੱਚ ਜਾਓ ਔਰ ਲੋਕਾਂ ਦੀ ਸੱਚੀ ਮੁੱਚੀ ਸੇਵਾ ਕਰੋ, ਪਰ ਜਿਹੜਾ ਮੇਵਾ ਖਾਣ ਦੀ ਜਿਹੜੀ ਗੱਲ ਆਉਂਦੀ ਹੈ ਕਿ ਅਸੀਂ ਮੇਵਾ ਵੀ ਨਾਲ ਚਖਣਾ ਹੈ, ਇਹ ਇੱਕ ਬਹੁਤ ਮਾੜੀ ਪ੍ਰਵਿਰਤੀ ਹੈ, ਮਾੜੀ ਸੋਚ ਹੈ। ਸੋ ਇਹ ਜਿਹੜੇ ਲੋਕਾਂ ਦੇ ਮਨਾਂ ਦੇ ਵਿੱਚ ਇਦਾਂ ਦੀ ਪ੍ਰਵਿਰਤੀ ਪਨਪ ਜਾਂਦੀ ਹੈ, ਪੈਦਾ ਹੋ ਜਾਂਦੀ ਹੈ, ਉਹ ਅਖੀਰ ਨੂੰ ਸੂਨਰ ਔਰ ਲੇਟਰ ਉਹ ਮਾਰ ਖਾਂਦੇ ਨੇ। ਆਪਾਂ ਕਹਿੰਦੇ ਵੀ 100 ਦਿਨ ਜਿਹੜਾ ਹੈਗਾ ਚੋਰ ਦਾ, ਜਾਂ 1 ਦਿਨ ਸਾਧ ਦਾ, ਜਾਂ 1 ਦਿਨ ਜਿਹੜਾ ਹੈਗਾ ਸਾਧ ਦਾ, ਇਹ ਚੀਜ਼ਾਂ ਚੱਲਦੀਆਂ ਨੇ। ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਤੁਹਾਡੀ ਜਿਹੜੀ ਇਹ ਇਦਾਂ ਦੀ ਕਾਰਵਾਈ ਹੈ ਉਹ ਕਦੇ ਨਾ ਕਦੇ ਸਾਹਮਣੇ ਆ ਜਾਂਦੀ ਹੈ। ਸਬੂਤ ਚੋਰ ਜਿਹੜਾ ਹੁੰਦਾ ਉਹ ਕਦੇ ਨਾ ਕਦੇ ਛੱਡ ਜਾਂਦਾ ਹੈ। ਸੋ ਇਸ ਕਰਕੇ ਇਸ ਪ੍ਰਵਿਰਤੀ ਤੋਂ ਸਾਨੂੰ ਖਹਿੜਾ ਛਡਾਉਣਾ ਚਾਹੀਦਾ ਹੈ ਔਰ ਸਰਕਾਰ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਰਿਸ਼ਵਤਖੋਰੀ ਨੂੰ ਜੜ੍ਹਾਂ ਤੋਂ ਖਤਮ ਕੀਤਾ ਜਾਏ। ਔਰ ਜਿਹੜੀ ਜਿਵੇਂ ਤੁਸੀਂ ਕਿਹਾ ਸੀਗਾ ਕਿ ਇਹ ਪਾਰਟੀ ਹੀ ਰਿਸ਼ਵਤਖੋਰੀ ਦੇ ਖਿਲਾਫ ਪੈਦਾ ਹੋਈ ਹੈ। ਤੁਸੀਂ ਦਿੱਲੀ ਦਾ ਜਿਹੜਾ ਸੰਘਰਸ਼ ਸੀਗਾ ਉਹ ਪੈਦਾ ਹੀ ਇਸ ਲਈ ਹੋਇਆ ਸੀਗਾ ਕਿ ਲੋਕ ਇਹ ਚਾਹੁੰਦੇ ਸੀਗੇ ਕਿ ਭਾਈ ਹਿੰਦੁਸਤਾਨ ਦੇ ਲੋਕਾਂ ਦਾ ਜਿਹੜਾ ਹੈਗਾ ਖਹਿੜਾ ਛਡਾਇਆ ਜਾਏ ਰਿਸ਼ਵਤਖੋਰੀ ਤੋਂ, ਕਿਉਂਕਿ ਹਰ ਕਦਮ ਦੇ ਉੱਤੇ ਰਿਸ਼ਵਤਖੋਰੀ ਚੱਲ ਰਹੀ ਸੀ, ਦਫ਼ਤਰਾਂ ਦੇ ਵਿੱਚ, ਥਾਣਿਆਂ 'ਚ, ਕਚਹਿਰੀਆਂ 'ਚ। ਸੋ ਇਸ ਕਰਕੇ ਉਹਦੇ ਤੋਂ ਖਹਿੜਾ ਛਡਾਉਣ ਦੇ ਲਈ ਇਦਾਂ ਦੇ ਜਿਹੜੇ ਫੈਸਲੇ ਨੇ ਸਰਕਾਰਾਂ ਦੇ ਉਹ ਹੋਣੇ ਲਾਜ਼ਮੀ ਨੇ। ਔਰ ਅੱਗੇ ਤੋਂ ਵੀ ਕੋਈ ਵੀ ਬੰਦਾ ਜਿਹੜਾ ਰਿਸ਼ਵਤਖੋਰੀ ਕਰਦਾ ਹੈ ਉਹਦੇ ਉੱਤੇ ਇਸੇ ਤਰ੍ਹਾਂ ਦੀ ਜਿਹੜੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ। ਡਾਕਟਰ ਸਾਹਿਬ ਮਤਲਬ ਇਸ ਗੱਲ ਨੂੰ ਫਿਰ ਲਿਆ ਕਿਵੇਂ ਜਾਊਗਾ, ਕਿਉਂਕਿ ਇੱਕ ਪਾਸੇ ਤਾਂ ਗੱਲ ਇਹ ਸੀ ਕਿ ਪੰਜਾਬ ਨੂੰ ਭ੍ਰਿਸ਼ਟਾਚਾਰ ਤੋਂ ਮੁਕਤ ਕਰਾਉਣਾ, ਤੇ ਦੂਜੇ ਪਾਸੇ ਗਲਬੇ ਦੇ ਵਿੱਚ ਆਪ ਹੀ ਫਸ ਗਏ। ਸਮਾਂ 4 ਸਾਲ ਦਾ ਰਹਿ ਗਿਆ, ਭ੍ਰਿਸ਼ਟਾਚਾਰ ਘਟਿਆ ਕੋਈ ਨਹੀਂ, ਫਿਰ ਕਿਵੇਂ ਤੁਸੀਂ ਠੱਲ ਪਾਓਗੇ? ਕਿਉਂਕਿ ਤੁਸੀਂ ਤਾਂ ਫਿਰ ਆਪਣੇ 'ਚ ਉਲਝ ਕੇ ਰਹਿ ਜਾਣਾ। ਬਿਲਕੁਲ, ਦੇਖੋ ਰਿਸ਼ਵਤਖੋਰੀ ਨੂੰ ਮੈਂ ਫੇਰ ਕਹਾਂਗਾ ਕਿ ਠੱਲ ਤਾਂ ਹੀ ਪਊਗੀ, ਇਹਨੂੰ ਘੱਟ ਤਾਂ ਹੀ ਹੋਏਗਾ ਜੇ ਅਸੀਂ ਪਹਿਲਾਂ ਆਪਣੇ ਘਰ ਤੋਂ ਸ਼ੁਰੂ ਕਰਾਂਗੇ। ਜੇ ਸਰਕਾਰ ਇਹ ਕਹੀ ਜਾਏ ਕਿ ਜੀ ਦੂਜੇ ਟੰਗ ਦਿਓ, ਬਾਕੀ ਪਾਰਟੀਆਂ ਦੇ ਆਪਣੇ ਚਾਹੇ ਰਹਿਣ ਦਿਓ, ਫੇਰ ਕਦੇ ਵੀ ਨਹੀਂ ਹੋਏਗਾ। ਸਰਕਾਰ ਨੂੰ, ਭਗਵੰਤ ਮਾਨ ਨੂੰ ਇਹ ਕਰਨਾ ਪਏਗਾ। ਪਹਿਲਾਂ ਆਪਣੀ ਪੀੜ੍ਹੀ ਥੱਲੇ, ਪਹਿਲਾਂ ਆਪਣੇ ਘਰ ਨੂੰ ਠੀਕ ਕਰਨਾ ਪਏਗਾ, ਆਪਣੇ ਘਰ ਦੀ ਸਫਾਈ ਕਰਨੀ ਪਏਗੀ, ਫੇਰ ਹੀ ਅਸੀਂ ਦੂਜੇ ਨੂੰ ਕਹਿ ਸਕਦੇ ਹਾਂ ਕਿ ਭਾਈ ਅਸੀਂ ਰਿਸ਼ਵਤਖੋਰੀ ਖਤਮ ਕਰਾਂਗੇ। ਸੋ ਇਸ ਕਰਕੇ ਮੈਂ ਕਹਿਣਾ ਚਾਹੁੰਦਾ ਕਿ ਜੇ ਅਸੀਂ ਰਿਸ਼ਵਤਖੋਰੀ ਨੂੰ ਜਿਹੜੇ ਵੀ ਮੁਲਕ ਨੇ ਖਤਮ ਕੀਤਾ ਉਹ ਪਹਿਲਾਂ ਆਪਣੀ ਪਾਰਟੀ ਨੂੰ, ਆਪਣੇ ਜਿਹੜੇ ਹੈਗਾ ਆਪਣੇ ਲੋਕਾਂ ਨੂੰ ਸਹੀ ਕਰਦੇ ਆ, ਫੇਰ ਹੀ ਉਹ ਦੂਜੇ ਨੂੰ ਕਹਿ ਸਕਦੇ ਆ। ਸੋ ਇਸ ਕਰਕੇ ਜੇ ਆਪਾਂ ਕਹੀਏ ਕਿ ਪੰਜਾਬ ਦੇ ਵਿੱਚੋਂ ਭ੍ਰਿਸ਼ਟਾਚਾਰੀ ਜੇ ਖਤਮ ਹੋਏਗੀ ਤਾਂ ਉਹਦਾ ਤਰੀਕਾ ਇਹੀ ਹੈ ਕਿ ਉਹਨਾਂ ਨੂੰ ਸਖਤ ਤੋਂ ਸਖਤ, ਜਿਹੜੇ ਵੀ ਲੋਕ ਇਸ ਭ੍ਰਿਸ਼ਟਾਚਾਰੀ ਦੇ ਵਿੱਚ ਫਸਦੇ ਆ, ਚਾਹੇ ਉਹ ਛੋਟੀ ਹੈ ਚਾਹੇ ਵੱਡੀ ਹੈ, ਉਹਨਾਂ ਨੂੰ ਕਾਨੂੰਨ ਦੇ ਹਿਸਾਬ ਨਾਲ ਸਜ਼ਾਵਾਂ ਦਿੱਤੀਆਂ ਜਾਣ, ਸਖਤ ਤੋਂ ਸਖਤ ਸਜ਼ਾਵਾਂ ਦਿੱਤੀਆਂ ਜਾਣ। ਤਾਂ ਹੀ ਜਿਹੜਾ ਹੈਗਾ ਪਾਰਟੀ ਵੀ ਬਚ ਸਕਦੀ ਹੈ ਔਰ ਮੁਲਕ ਵੀ ਔਰ ਪੰਜਾਬ ਵੀ ਬਚ ਸਕਦਾ ਹੈ। ਇਹਦਾ ਤਰੀਕਾ ਇਹੀ ਹੈ ਕਿ ਇਹ ਆਪਣੀ ਘਰ ਤੋਂ ਹੀ ਸ਼ੁਰੂ ਹੋਣੀ ਹੈ। ਭੰਗੂ ਸਾਹਿਬ, ਜੇ ਆਪਾਂ ਕਹੀਏ ਸਿਰਫ ਹੁੱਕਾ ਦੇਣਾ, ਚਾਹੇ ਉਹਦੇ ਲਈ ਤੁਹਾਨੂੰ ਕੁਝ ਵੀ ਕੁਰਬਾਨੀ ਕਰਨੀ ਪਵੇ, ਜਿਵੇਂ ਤੁਸੀਂ ਕਿਹਾ, ਚਾਹੇ ਪਾਰਟੀ ਨੂੰ ਕੋਈ ਵੀ ਚਾਹੇ ਨੁਕਸਾਨ ਉਠਾਉਣਾ ਪਵੇ, ਚਾਹੇ ਵੱਡਾ ਲੀਡਰ ਹੈ ਉਹਦਾ, ਚਾਹੇ ਛੋਟਾ ਲੀਡਰ ਹੈ, ਇਹ ਨਹੀਂ ਸੋਚਣਾ ਚਾਹੀਦਾ ਕਿ ਇਹਦੇ ਵੱਡੇ ਲੀਡਰ ਨਾਲ ਸ਼ਾਇਦ ਕੋਈ ਫਰਕ ਪੈ ਜਾਏਗਾ। ਇਹਦੇ ਨਾਲ ਲੋਕਾਂ ਨੂੰ ਵੀ ਚੰਗਾ ਲੱਗੇਗਾ। ਜਿਹੜੇ ਪੰਜਾਬ ਦੇ ਲੋਕ ਇਸ ਵੇਲੇ ਇਹੀ ਚਾਹੁੰਦੇ ਨੇ ਕਿ ਭਾਈ ਚਾਹੇ ਕੋਈ ਵੀ ਹੈ, ਜੇਕਰ ਉਹ ਫਸਦਾ ਹੈ, ਉਹਦੇ ਲਈ ਉਹਦੇ ਸੰਬੰਧ ਦੇ ਵਿੱਚ ਸਬੂਤ ਮਿਲਦੇ ਹੈ ਤਾਂ ਉਹ ਸਬੂਤਾਂ ਦੇ ਆਧਾਰ ਤੇ ਬੰਦੇ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ। ਇਹਦਾ ਮਸਲੇ ਦਾ ਹੱਲ ਇਸ ਵੱਡੇ ਜਿਹੜੇ ਹੈਗਾ, ਜੇ ਅਸੀਂ ਇਸ ਭ੍ਰਿਸ਼ਟਾਚਾਰ ਚੋਂ ਨਿਕਲਣਾ ਚਾਹੁੰਦੇ ਹਾਂ ਤਾਂ ਲਾਜ਼ਮੀ ਤੌਰ ਤੇ ਸਾਨੂੰ ਇਦਾਂ ਦੀਆਂ ਸਖਤ ਤੋਂ ਸਖਤ ਜਿਹੜੀਆਂ ਕਾਰਵਾਈਆਂ ਨੇ ਉਹ ਸਰਕਾਰ ਨੂੰ ਕਰਨੀਆਂ ਚਾਹੀਦੀਆਂ ਨੇ। ਬਿਲਕੁਲ ਡਾਕਟਰ ਸਾਹਿਬ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ। ਬਹੁਤ ਧੰਨਵਾਦ ਜੀ। ਦੋਸਤੋ, ਸਿਆਸੀ ਮਾਹਿਰ ਤੇ ਸਿਆਣੇ ਮਾਹਿਰ ਸਾਡੇ ਨਾਲ ਜੁੜੇ ਹੋਏ ਸੀ ਡਾਕਟਰ ਭੀਮੇਂਦਰ ਸਿੰਘ। ਡਾਕਟਰ ਸਾਹਿਬ ਦੇ ਨਾਲ ਅਸੀਂ ਭ੍ਰਿਸ਼ਟਾਚਾਰ ਦੇ ਉੱਤੇ ਮੁੱਦੇ 'ਤੇ ਗੱਲਬਾਤ ਕੀਤੀ। ਡਾਕਟਰ ਸਾਹਿਬ ਨੇ ਕਿਹਾ ਕਿ ਅਸੀਂ ਉਦੋਂ ਹੀ ਦੂਜੇ ਦੇ ਘਰ ਦੀ ਸਫਾਈ ਕਰ ਸਕਦੇ ਹਾਂ ਜੇਕਰ ਅਸੀਂ ਆਪਣੀ ਪੀੜ੍ਹੀ ਥੱਲੇ ਸੋਟਾ ਮਾਰਾਂਗੇ। ਸੋ ਇਹ ਬੜੀ ਅਹਿਮ ਗੱਲ ਹੈ ਤੇ ਇਹਦੇ 'ਚ ਇੱਕ ਮੇਨ ਪੱਖ ਆਹ ਵੀ ਹੈਗਾ ਕਿ ਸਰਕਾਰ ਕਾਰਵਾਈ ਤੁਰੰਤ ਕਰਦੀ ਹੈ। ਹੋਰ ਸਰਕਾਰਾਂ ਵੇਲੇ ਇੱਦਾਂ ਨਹੀਂ ਸੀ ਹੁੰਦਾ। ਆਮ ਆਦਮੀ ਪਾਰਟੀ ਦੇ ਵਿੱਚ ਜੇਕਰ ਕੋਈ ਬੰਦਾ ਫੜਿਆ ਜਾਂਦਾ ਤਾਂ ਉਹਦੇ ਤੇ ਪਰਦਾ ਨਹੀਂ ਪਾਇਆ ਜਾਂਦਾ, ਉਹਦੇ ਤੇ ਕਾਰਵਾਈ ਹੁੰਦੀ ਹੈ। ਆਹ ਵੀ ਇੱਕ ਚੰਗਾ ਪੱਖ ਹੈ। ਤੁਸੀਂ ਆਪਣੀ ਫੀਡਬੈਕ ਸਾਨੂੰ ਕਮੈਂਟ ਬਾਕਸ ਵਿੱਚ ਰੱਖ ਸਕਦੇ ਹੋ। ਧੰਨਵਾਦ।